Question 1 to 7. Do the following statements agree with the information given in reading passage 1? First, Michael Faraday was the first person to recognize Perkin's ability as a student of chemistry. ਮਾਈਕਲ ਫੈਰਾਡੇ ਪਰਕਿਨ ਦੀ ਯੋਗਤਾ ਕੈਮਿਸਟਰੀ ਦੇ ਸਟੂਡੈਂਟ ਵਜੋਂ ਪਛਾਣਨ ਵਾਲਾ ਪਹਿਲਾ ਵਿਅਕਤੀ ਸੀ। This statement is false. In paragraph B, as a student at the City of London School, Perkin became immersed in the study of chemistry. His talent and devotion to the subject were perceived by his teacher Thomas Hall, who encouraged him to attend a series of lectures given by the eminent scientist Michael Faraday at the Royal Institution. ਉਸਦਾ ਟੈਲੈਂਟ ਐਂਡ ਡਿਵੋਸ਼ਨ ਸਬਜੈਕਟ ਦੇ ਪ੍ਰਤੀ ਉਸਦੇ ਟੀਚਰ ਥੋਮਸ ਹਾਲ ਦੁਆਰਾ ਦੇਖਿਆ ਗਿਆ। ਉਸਦੇ ਟੀਚਰ ਥੋਮਸ ਹਾਲ ਨੇ ਉਸ ਨੂੰ ਐਨਕਰੇਜ ਕੀਤਾ ਕਿ ਉਹ ਰਾਇਲ ਇੰਸਟੀਟਿਊਸ਼ਨ ਜਾ ਕੇ ਮਾਈਕਲ ਫੈਰਾਡੇ ਦੇ ਲੈਕਚਰ ਅਟੈਂਡ ਕਰੇ। ਸੋ ਉਸਦਾ ਟੀਚਰ ਥੋਮਸ ਹਾਲ ਸੀ ਜਿਹਨੇ ਉਸਦੇ ਟੈਲੈਂਟ ਨੂੰ ਦੇਖਿਆ, ਉਹਦੀ ਅਬਿਲਿਟੀ ਨੂੰ ਦੇਖਿਆ। Second, Michael Faraday suggests Perkin should enroll in Royal College of Chemistry. ਮਾਈਕਲ ਫੈਰਾਡੇ ਨੇ ਸੁਜੈਸਟ ਕੀਤਾ ਪਰਕਿਨ ਨੂੰ ਐਨਰੋਲ ਕਰਨਾ ਚਾਹੀਦਾ ਰਾਇਲ ਕਾਲਜ ਆਫ ਕੈਮਿਸਟਰੀ ਵਿੱਚ। ਇਹ ਸਟੇਟਮੈਂਟ ਨੋਟ ਗਿਵਨ ਆ। ਮਾਈਕਲ ਫੈਰਾਡੇ ਨੇ ਸੁਜੈਸਟ ਕੀਤਾ ਜਾਂ ਨਹੀਂ ਕਿਤੇ ਵੀ ਨਹੀਂ ਲਿਖਿਆ ਪੈਸੇਜ ਦੇ ਵਿੱਚ। ਥਰਡ, ਪਰਕਿਨ employed August Wilhelm Hoffman as his assistant. ਪਰਕਿਨ ਨੇ ਅਗਸਟ ਵਿਲਹੈਲਮ ਹੌਫਮੈਨ ਨੂੰ ਆਪਣੇ ਅਸਿਸਟੈਂਟ ਦੇ ਤੌਰ ਤੇ ਨਿਯੁਕਤ ਕੀਤਾ। ਇਹ ਸਟੇਟਮੈਂਟ ਫਾਲਸ ਆ। ਪੈਰਾਗ੍ਰਾਫ ਸੀ ਦੇ ਵਿੱਚ At the time of Perkin's enrollment, the Royal College of Chemistry was headed by noted German chemist August Wilhelm Hoffmann. Perkin's scientific gifts soon caught Hoffmann's attention, and within 2 years, he became Hoffmann's youngest assistant. Hoffmann ਦਾ ਧਿਆਨ ਪਰਕਿਨ ਦੇ ਸਾਇੰਟਿਫਿਕ ਗਿਫਟ ਵੱਲ ਗਿਆ ਤੇ 2 ਸਾਲਾਂ ਵਿੱਚ ਪਰਕਿਨ ਹੌਫਮੈਨ ਦਾ ਯੰਗੈਸਟ ਅਸਿਸਟੈਂਟ ਬਣ ਗਿਆ। ਹੌਫਮੈਨ ਨੇ ਪਰਕਿਨ ਨੂੰ ਆਪਣਾ ਅਸਿਸਟੈਂਟ ਬਣਾਇਆ ਸੀ, ਨਾ ਕਿ ਪਰਕਿਨ ਨੇ ਹੌਫਮੈਨ ਨੂੰ। Fourth, Perkin was still young when he made the discovery that made him rich and famous. ਪਰਕਿਨ ਅਜੇ ਵੀ ਜਵਾਨ ਸੀ ਜਦੋਂ ਉਸਨੇ ਖੋਜ ਕੀਤੀ ਜਿਸ ਨੇ ਉਸਨੂੰ ਅਮੀਰ ਤੇ ਮਸ਼ਹੂਰ ਬਣਾਇਆ। ਪੈਰਾਗ੍ਰਾਫ ਸੀ ਦੇ ਵਿੱਚ ਪਰਕਿਨ ਹੌਫਮੈਨ ਦਾ ਯੰਗੈਸਟ ਅਸਿਸਟੈਂਟ ਬਣ ਗਿਆ। Not long after that, Perkin made scientific breakthrough that would bring him both fame and fortune. ਇਸ ਤੋਂ ਥੋੜ੍ਹੀ ਦੇਰ ਬਾਅਦ ਪਰਕਿਨ ਨੇ ਵਿਗਿਆਨਿਕ ਸਫਲਤਾ ਪ੍ਰਾਪਤ ਕੀਤੀ ਜੋ ਉਸ ਨੂੰ ਫੇਮ ਅਤੇ ਫੋਰਚੂਨ ਦੋਵੇਂ ਲਿਆਏਗੀ। ਇਸ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਪੈਸੇਜ ਦੇ ਵਿੱਚ, ਇਸੇ ਕਰਕੇ ਟਰੂ ਆ ਕਿ ਹਾਂ ਉਦੋਂ ਯੰਗੈਸਟ ਹੀ ਸੀ ਜਦੋਂ ਉਸ ਨੂੰ ਬਹੁਤ ਫੇਮ ਐਂਡ ਫੋਰਚੂਨ ਮਿਲਿਆ। ਫਿਫਥ, trees from which quinine is derived grow only in South America. ਜਿਨ੍ਹਾਂ ਟਰੀਜ਼ ਤੋਂ ਕੁਇਨਿਨ ਲਿਆ ਜਾਂਦਾ ਹੈ ਉਹ ਸਿਰਫ ਸਾਊਥ ਅਮਰੀਕਾ ਵਿੱਚ ਹੀ ਉੱਗਦੇ ਹਨ। In paragraph D, at the time quinine was the only viable medical treatment for malaria. The drug is derived from the bark of the chinona tree native to South America, and by 1856 demand for the drug was surpassing the available supply. ਡਰੱਗ ਕੁਇਨਿਨ ਲਈ ਜਾਂਦੀ ਸੀ ਬਾਰਕ ਆਫ ਚਿਨੋਨਾ ਟਰੀਜ਼ ਤੋਂ ਜੋ ਨੇਟਿਵ ਸਾਊਥ ਅਮਰੀਕਾ ਦਾ ਸੀ, ਪਰ ਸਿਰਫ ਸਾਊਥ ਅਮਰੀਕਾ 'ਚ ਉੱਗਦਾ ਸੀ, ਇਹ ਕਿਤੇ ਨਹੀਂ ਦੱਸਿਆ, ਇਸੇ ਕਰਕੇ ਨੋਟ ਗਿਵਨ ਆ। ਸਿਕਸਥ, ਪਰਕਿਨ ਹੋਪ ਟੂ ਮੈਨੂਫੈਕਚਰ ਏ ਡਰੱਗ ਫਰੋਮ ਏ ਕੋਲ ਟਾਰ ਵੇਸਟ ਪ੍ਰੋਡਕਟ. ਪਰਕਿਨ ਨੇ ਕੋਲ ਟਾਰ ਵੇਸਟ ਪ੍ਰੋਡਕਟ ਤੋਂ ਦਵਾਈ ਬਣਾਉਣ ਦੀ ਹੋਪ ਕੀਤੀ, ਉਮੀਦ ਕੀਤੀ। ਇਹ ਸਟੇਟਮੈਂਟ ਟਰੂ ਆ। ਪੈਰਾਗ੍ਰਾਫ ਈ ਦੇ ਵਿੱਚ During his vacation in 1856, Perkin spent his time in the laboratory on the top floor of his family's house. He was attempting to manufacture quinine from aniline, an inexpensive and readily available coal tar waste product.
ਉਹ ਐਨੇਲਿਨ ਤੋਂ ਕੁਆਨਿਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਨੇਲਿਨ ਇੱਕ ਸਸਤਾ ਤੇ ਈਜ਼ਲੀ ਅਵੇਲੇਬਲ ਕੋਲ ਟਾਰ ਵੇਸਟ ਪ੍ਰੋਡਕਟ ਸੀ। ਇਸੇ ਕਰਕੇ ਇਹ ਸਟੇਟਮੈਂਟ ਵੀ ਟਰੂ ਆ ਕਿ ਹਾਂ ਉਹਨੇ ਉਮੀਦ ਕੀਤੀ ਸੀ, ਚਾਹਿਆ ਸੀ ਕੋਲ ਟਾਰ ਵੇਸਟ ਪ੍ਰੋਡਕਟ ਤੋਂ ਡਰੱਗ ਬਣਾਉਣਾ। 7th, Perkin was inspired by the discoveries of famous scientist Louis Pasteur. ਪਰਕਿਨ ਮਸ਼ਹੂਰ ਸਾਇੰਟਿਸਟ ਲੂਇਸ ਪਾਸਚਰ ਦੀਆਂ ਖੋਜਾਂ ਤੋਂ ਪ੍ਰੇਰਿਤ ਸੀ। ਪੈਰਾਗ੍ਰਾਫ E ਦੇ ਵਿੱਚ he finally proceeded a deep purple solution and proving the truth of the famous scientist Louis Pasteur's words, chance favors only the prepared mind. Perkin saw the potential of his unexpected find. ਪ੍ਰਸਿੱਧ ਸਾਇੰਟਿਸਟ ਲੂਇਸ ਪਾਸਚਰ ਦੇ ਸ਼ਬਦ ਨੂੰ ਸੱਚ ਸਾਬਤ ਕਰਦੇ ਹੋਏ ਕਿ ਮੌਕਾ ਸਿਰਫ ਤਿਆਰ ਮਨ ਦਾ ਪੱਖ ਲੈਂਦਾ ਹੈ, ਉਸਨੇ ਆਪਣੀ ਅਚਾਨਕ ਖੋਜ ਦੀ ਸੰਭਾਵਨਾ ਨੂੰ ਦੇਖਿਆ। ਇਹ ਕਿਤੇ ਨਹੀਂ ਗਿਵਨ ਆ ਕਿ ਲੂਇਸ ਪਾਸਚਰ ਦੀਆਂ ਖੋਜਾਂ ਤੋਂ ਪਰਕਿਨ ਪ੍ਰੇਰਿਤ ਸੀ, ਇਸੇ ਕਰਕੇ ਨਾਟ ਗਿਵਨ। Question 8 to 13. Answer the questions below. 8th, before Perkin's discovery, with what group in society was the color purple associated? ਪਰਕਿਨ ਦੀ ਖੋਜ ਤੋਂ ਪਹਿਲਾਂ ਪਰਪਲ ਰੰਗ ਸੁਸਾਇਟੀ ਵਿੱਚ ਕਿਸ ਸਮੂਹ ਨਾਲ ਸੰਬੰਧਿਤ ਸੀ? ਇਹਦਾ ਆਨਸਰ ਆ ਰਿਚ। ਪੈਰਾਗ੍ਰਾਫ F ਦੇ ਵਿੱਚ Indeed, the purple color extracted from a snail was once so costly that in society at the time only the rich could afford it. ਦਰਅਸਲ ਪਰਪਲ ਰੰਗ ਜਿਹੜਾ ਇੱਕ ਵਾਰ ਸਨੇਲ ਤੋਂ ਕੱਢਿਆ ਗਿਆ ਸੀ, ਉਸ ਸਮੇਂ ਇੰਨਾ ਮਹਿੰਗਾ ਸੀ ਸਿਰਫ ਅਮੀਰ ਹੀ ਅਫੋਰਡ ਕਰ ਸਕਦੇ ਸੀ। ਸੋ ਇਸੇ ਕਰਕੇ ਰਿਚ ਹੀ ਉਹ ਸੁਸਾਇਟੀ ਦਾ ਗਰੁੱਪ ਸੀ ਜੋ ਪਰਪਲ ਰੰਗ ਨਾਲ ਐਸੋਸੀਏਟਡ ਸੀ ਪਰਕਿਨ ਦੀ ਡਿਸਕਵਰੀ ਤੋਂ ਪਹਿਲਾਂ। 9th, what potential did Perkin immediately understand that his new dye had? ਪਰਕਿਨ ਨੇ ਤੁਰੰਤ ਹੀ ਕੀ ਅੰਡਰਸਟੈਂਡ ਕੀਤਾ ਕਿ ਉਸ ਦੀ ਨਿਊ ਡਾਈ ਦਾ ਪੋਟੈਂਸ਼ੀਅਲ ਕੀ ਸੀ? ਇਟਸ ਆਨਸਰ ਇਜ਼ ਕਮਰਸ਼ੀਅਲ ਔਰ ਕਮਰਸ਼ੀਅਲ ਪੋਸੀਬਿਲਿਟੀਜ਼। ਪੈਰਾਗ੍ਰਾਫ G ਦੇ ਵਿੱਚ But perhaps the most fascinating of all Perkin's reaction to his find was his nearly instant recognition that the new dye had commercial possibilities. ਪਰਕਿਨ ਦੀ ਖੋਜ ਪ੍ਰਤੀ ਉਸਦਾ ਮੋਸਟ ਫੈਸੀਨੇਟਿੰਗ ਰਿਐਕਸ਼ਨ ਕਮਰਸ਼ੀਅਲ ਪੋਸੀਬਿਲਿਟੀ ਲਈ ਸੀ। ਕਮਰਸ਼ੀਅਲ ਪੋਸੀਬਿਲਿਟੀਜ਼ ਹੀ ਉਹ ਪੋਟੈਂਸ਼ੀਅਲ ਸੀ ਜਿਹੜਾ ਪਰਕਿਨ ਨੇ ਇਮੀਡੀਏਟਲੀ ਅੰਡਰਸਟੈਂਡ ਕੀਤਾ ਕਿ ਉਹਦੀ ਫਾਈਂਡਿੰਗ ਦਾ ਸੀ। ਜਿਹੜਾ ਕਮਰਸ਼ੀਅਲ ਪੋਸੀਬਿਲਿਟੀਜ਼ ਮਤਲਬ ਵਪਾਰਿਕ ਸੰਭਾਵਨਾ। 10th, what was the name finally used to refer to the first color Perkin invented? ਪਰਕਿਨ ਨੇ ਜੋ ਫਸਟ ਕਲਰ ਇਨਵੈਂਟ ਕੀਤਾ ਸੀ ਉਸ ਨੂੰ ਰੈਫਰ ਕਰਨ ਦੇ ਲਈ ਫਾਈਨਲੀ ਕਿਹੜਾ ਨਾਮ ਵਰਤਿਆ ਗਿਆ? ਇਟਸ ਆਨਸਰ ਇਜ਼ ਮੌਵ। ਪੈਰਾਗ੍ਰਾਫ H ਦੇ ਵਿੱਚ Perkin originally named his dye Tyrian purple, but it later became commonly known as mauve from the French for the plant used to make the color violet. ਪਰਕਿਨ ਨੇ ਓਰੀਜਨਲੀ ਆਪਣੇ ਡਾਈ ਨੂੰ ਟੀਰੀਅਨ ਪਰਪਲ ਨਾਮ ਦਿੱਤਾ, ਪਰ ਬਾਅਦ ਵਿੱਚ ਉਸ ਨੂੰ ਆਮ ਤੌਰ ਤੇ ਮੋਵ ਕਿਹਾ ਜਾਣ ਲੱਗਿਆ। ਇਸੇ ਕਰਕੇ ਇਹਦਾ ਆਨਸਰ ਮੋਵ ਆ, ਉਹਨਾਂ ਨੇ ਫਾਈਨਲੀ ਪੁੱਛਿਆ ਸੀ। 11th, what was the name of the person Perkin consulted before setting up his own dye works? ਉਸ ਵਿਅਕਤੀ ਦਾ ਨਾਂ ਕੀ ਸੀ ਜਿਸ ਨਾਲ ਪਰਕਿਨ ਨੇ ਆਪਣੀ ਡਾਈ ਵਰਕ ਸੈਟਅਪ ਕਰਨ ਤੋਂ ਪਹਿਲਾਂ ਕੰਸਲਟ ਕੀਤਾ, ਸੁਝਾਅ ਲਿਆ? ਇਹਦਾ ਆਨਸਰ ਆ ਰੋਬਰਟ ਪੁਲਰ। ਪੈਰਾਗ੍ਰਾਫ H ਦੇ ਵਿੱਚ He asked advice of Scottish dye works owner Robert Puller, who assured him that manufacturing the dye would be well worth it if the color remained fast, would not fade, and the cost was relatively low. ਉਸਨੇ ਸਕਾਟਿਸ਼ ਡਾਈ ਵਰਕਸ ਓਨਰ ਰੋਬਰਟ ਪੁਲਰ ਦੀ ਸਲਾਹ ਲਈ ਕਿ ਡਾਈ ਮੈਨੂਫੈਕਚਰਿੰਗ ਤਾਂ ਹੀ ਲਾਭਦਾਇਕ ਰਹੂ ਜੇਕਰ ਰੰਗ ਫਿੱਕਾ ਨਾ ਪਵੇ ਤੇ ਲਾਗਤ ਵੀ ਘੱਟ ਰਹੇ। 12th, in what country did Perkin's newly invented color first become fashionable? ਕਿਸ ਕੰਟਰੀ ਵਿੱਚ ਪਰਕਿਨ ਦਾ ਨਵਾਂ ਇਨਵੈਂਟਡ ਕਲਰ ਪਹਿਲਾਂ ਫੈਸ਼ਨੇਬਲ ਬਣਿਆ? ਇਹਦਾ ਆਨਸਰ ਹੈ ਫਰਾਂਸ। ਪੈਰਾਗ੍ਰਾਫ I ਦੇ ਵਿੱਚ
With the help of his father and brother, Perkin set up a factory not far from London. ਆਪਣੇ ਬ੍ਰਦਰ ਤੇ ਫਾਦਰ ਦੀ ਹੈਲਪ ਨਾਲ ਪਰਕਿਨ ਨੇ ਲੰਡਨ ਤੋਂ ਥੋੜ੍ਹਾ ਦੂਰ ਹੀ ਫੈਕਟਰੀ ਸੈਟਅਪ ਕੀਤੀ। Utilizing the cheap and plentiful coal tar that was an almost unlimited byproduct of London's gas street lighting, the dye works began producing the world's first synthetic dyed material in 1857. ਲੰਡਨ ਦੀ ਗੈਸ ਸਟਰੀਟ ਲਾਈਟਿੰਗ ਤੋਂ ਜੋ ਬਾਈ ਪ੍ਰੋਡਕਟ ਸਸਤਾ ਕੋਲ ਟਾਰ ਨਿਕਲਦਾ ਸੀ, ਉਸ ਨੂੰ ਯੂਟੀਲਾਈਜ਼ ਕਰਕੇ ਵਰਲਡ ਦਾ ਫਸਟ ਸਿੰਥੈਟਿਕ ਡਾਈਡ ਮਟੀਰੀਅਲ 1857 ਦੇ ਵਿੱਚ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ। The company received a commercial boost from the Empress Eugenie of France when she decided the new color flattered her. ਕੰਪਨੀ ਨੂੰ ਕਮਰਸ਼ੀਅਲ ਬੂਸਟ ਫਰਾਂਸ ਦੀ ਮਹਾਰਾਣੀ ਤੋਂ ਮਿਲਿਆ। ਉਸ ਕਲਰ ਨੇ ਮਹਾਰਾਣੀ ਨੂੰ ਖੁਸ਼ ਕੀਤਾ ਸੀ। Very soon mauve was necessary shade for all the fashionable ladies in that country. ਬਹੁਤ ਜਲਦੀ ਮੋਵ ਇੱਕ ਨੈਸੈਸਰੀ ਸ਼ੇਡ ਬਣ ਗਿਆ ਫੈਸ਼ਨੇਬਲ ਲੇਡੀਜ਼ ਦੇ ਲਈ ਇਸ ਕੰਟਰੀ ਵਿੱਚ, ਜੋ ਕਿ ਫਰਾਂਸ ਦੀ ਸੀ। ਇਸੇ ਕਰਕੇ ਇਹਦਾ ਆਨਸਰ ਫਰਾਂਸ ਆ। ਸਭ ਤੋਂ ਪਹਿਲਾਂ ਇਹ ਫਰਾਂਸ ਦੇ ਵਿੱਚ ਫੈਸ਼ਨੇਬਲ ਬਣਿਆ। 13th, according to the passage, which disease is now being targeted by researchers using synthetic dyes? ਸਿੰਥੈਟਿਕ ਡਾਈ ਨੂੰ ਯੂਜ਼ ਕਰਦੇ ਹੋਏ ਰਿਸਰਚਰਸ ਦੁਆਰਾ ਕਿਸ ਡਿਸੀਜ਼ ਨੂੰ ਟਾਰਗੇਟ ਕੀਤਾ ਗਿਆ? ਇਹਦਾ ਆਨਸਰ ਆ ਮਲੇਰੀਆ। ਪੈਰਾਗ੍ਰਾਫ ਕੇ ਦੇ ਵਿੱਚ The dyes also become vital to medical research in many ways. For instance, they were used to stain previously invisible microbes and bacteria, allowing researchers to identify such bacilli as tuberculosis, cholera, and anthrax. Artificial dyes continue to play a crucial role today. Artificial dyes ਨੇ continue ਰੱਖਿਆ ਉਹਦਾ crucial role ਅੱਜ ਵੀ। And in what would have been particularly pleasing to Perkin, their current use is in the search for a vaccine against malaria. Perkin ਦੇ ਲਈ particularly pleasing ਇਹ ਹੋਣਾ ਸੀ ਕਿ ਉਸ ਦੀ ਡਾਈ ਦਾ ਕਰੰਟ ਯੂਜ਼ ਮਲੇਰੀਆ ਦੇ ਅਗੇਂਸਟ ਵੈਕਸੀਨ ਦੀ ਸਰਚ ਵਿੱਚ ਹੋ ਰਿਹਾ ਹੈ। ਅੱਜ ਕੱਲ੍ਹ ਰਿਸਰਚਰਸ ਨੇ ਸਿੰਥੈਟਿਕ ਡਾਈ ਨੂੰ ਯੂਜ਼ ਕਰਦੇ ਹੋਏ ਮਲੇਰੀਆ ਡਿਸੀਜ਼ ਨੂੰ ਟਾਰਗੇਟ ਕੀਤਾ।